Now we will start about the trends in chemical reactivity. Chemical reactivity ਦੇ ਵਿੱਚ क्या trends है group 16 ਦੇ elements ਦੀ ਤੇ ਉਹਨਾਂ ਦਾ order of reactivity क्या है ਉਹ ਇਸ ਬਾਰੇ ਅਸੀਂ ਸਟੱਡੀ ਕਰਾਂਗੇ। ਠੀਕ ਹੈ, ਅਗਰ ਅਸੀਂ ਰਿਐਕਟੀਵਿਟੀ ਦੀ ਗੱਲ ਕਰੀਏ ਤਾਂ ਆਕਸੀਜਨ ਇਜ਼ ਮੋਸਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਇਸ ਗਰੁੱਪ ਦੇ ਵਿੱਚ। ਉਹਦੀ ਰਿਐਕਟੀਵਿਟੀ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਹਦੀ ਇਲੈਕਟ੍ਰੋਨ ਗੇਨ ਕਰਨ ਦੀ ਟੈਂਡੈਂਸੀ ਕਾਫੀ ਜ਼ਿਆਦਾ ਹੈ। ਉਸ ਤੋਂ ਇਲਾਵਾ ਡਾਊਨ ਦਾ ਗਰੁੱਪ ਜਿਹੜੀ ਰਿਐਕਟੀਵਿਟੀ ਹੈ ਉਹ ਕਿਆ ਹੋ ਜਾਂਦੀ, ਡਿਕਰੀਜ਼ ਹੋ ਜਾਂਦੀ। ਇਟ ਮੀਨਸ ਆਰਡਰ ਆਫ ਰਿਐਕਟੀਵਿਟੀ ਕਿਆ ਹੋਇਆ, ਆਕਸੀਜਨ ਸਭ ਤੋਂ ਜ਼ਿਆਦਾ ਰਿਐਕਟਿਵ, ਉਸ ਤੋਂ ਘੱਟ ਸਲਫਰ, ਦੈਨ ਸਿਲੇਨੀਅਮ, ਦੈਨ ਟੈਰੋਲੀਅਮ ਐਂਡ ਦੈਨ ਇਜ਼ ਪੋਲੋਨੀਅਮ। ठीक है, so this is the order of reactivity of group 16 elements with other elements। तो ਉਹਦੇ ਵਿੱਚ ਅਸੀਂ ਇਸ ਟੌਪਿਕ ਦੇ ਅੰਡਰ ਪਹਿਲਾਂ ਪੜਾਂਗੇ reactivity towards ਹਾਈਡਰੋਜਨ। ਹਾਈਡਰੋਜਨ ਦੇ ਨਾਲ ਮਿਲ ਕੇ ਇਹ ਕਿਆ ਬਣਾਉਂਦੇ, ਫਾਰਮੇਸ਼ਨ ਆਫ ਹਾਈਡਰਾਈਡਸ। You know that binary compounds of hydrogen are called hydrides। ਜਿਹੜੇ ਹਾਈਡਰੋਜਨ ਦੇ ਬਾਈਨਰੀ ਕੰਪਾਊਂਡਸ ਹੁੰਦੇ, ਕਿਸੇ ਹੋਰ ਐਲੀਮੈਂਟ ਨਾਲ ਕੰਪਾਊਂਡਸ ਹੁੰਦੇ, ਅਸੀਂ ਉਹਨਾਂ ਨੂੰ ਕਿਆ ਬੋਲਦੇ ਹੈਗੇ, ਹਾਈਡਰਾਈਡਸ ਬੋਲਦੇ। ਤਾਂ ਪਹਿਲਾਂ ਅਸੀਂ ਇਹ ਡਿਸਕਸ ਕਰਾਂਗੇ ਕਿ ਗਰੁੱਪ 16 ਦੇ ਐਲੀਮੈਂਟਸ ਜਿਹੜੇ ਆ ਉਹ ਹਾਈਡਰੋਜਨ ਨਾਲ ਕਿੱਦਾਂ ਰਿਐਕਟ ਕਰਦੇ। ਸੋ ਦਿਸ ਇਜ਼ ਆਰ ਫਸਟ ਟੌਪਿਕ, ਰਿਐਕਟੀਵਿਟੀ ਟੂਵਰਡਸ ਹਾਈਡਰੋਜਨ। ਗਰੁੱਪ 16 ਜਿਹੜਾ ਹੈ ਉਹ ਹਾਈਡਰੋਜਨ ਨਾਲ ਮਿਲ ਕੇ ਕਿਹੜੇ ਕਿਹੜੇ ਕੰਪਾਊਂਡ ਬਣਾਉਂਦਾ, ਦੇਖੋ H2O, H2S, H2Se, H2Te and H2PO। these are the hydrides of group 16 elements। ਵਾਟਰ ਬਾਰੇ ਤੁਸੀਂ ਜਾਣਦੇ ਹੀ ਹੈ। ਠੀਕ ਹੈ, ਪਹਿਲਾਂ ਗੱਲ ਕਰੀਏ ਇਹਨਾਂ ਦੀ ਪ੍ਰੈਪਰੇਸ਼ਨ ਦੀ। ਪ੍ਰੈਪਰੇਸ਼ਨ ਯੂ ਨੋ ਦੈਟ ਵਾਟਰ ਇਜ਼ can be prepared by direct reaction of hydrogen and oxygen। ਠੀਕ ਹੈ, ਇਹ ਬਣ ਸਕਦਾ। ਇਸ ਤੋਂ ਇਲਾਵਾ ਜਿਹੜੇ ਸਲਫਰ, ਸਿਲੇਨੀਅਮ, ਟੈਰੋਲੀਨੀਅਮ ਦੇ ਹਾਈਡਰਾਈਡਸ ਹੁੰਦੇ, that can be prepared by the action of acids on metal sulfides। ਠੀਕ ਹੈ, ਮੈਟਲ ਸਲਫਾਈਡਸ ਪਰ ਐਸਿਡਸ ਦੇ ਐਕਸ਼ਨ, ਜਿੱਦਾਂ ਫੋਰ ਐਗਜ਼ਾਮਪਲ ਫੈਰਸ ਸਲਫਾਈਡ ਹੈ, ਅਸੀਂ ਇਹਨੂੰ ਐਸਿਡ ਦੇ ਨਾਲ ਰਿਐਕਟ ਕਰਾ ਦਈਏ। ਐਸਿਡ ਮੀਨਸ H ਪੋਜ਼ਿਟਿਵ, ਬਟ ਯੂ ਨੋ ਦੈਟ ਐਸਿਡ ਆਪਣਾ ਕਰੈਕਟਰ ਕਿੱਥੇ ਸ਼ੋ ਕਰਦੇ ਹੈਗੇ, ਵਾਟਰ ਦੇ ਵਿੱਚ ਸ਼ੋ ਕਰਦੇ, ਤਾਂ ਇਸ ਕਰਕੇ ਅਸੀਂ ਵਾਟਰ ਵੀ ਨਾਲ ਲਿਖ ਰਹੇ। ਐਂਡ ਦੈਟ ਵਿਲ ਗਿਵ ਯੂ Fe2 ਪੋਜ਼ਿਟਿਵ in aqueous solution plus H2S and H2O। H2O is here acting as a solvent। ठीक है, ਤਾਂ ਦੋਨੇ ਪਾਸੇ ਪ੍ਰਿਪੇਅਰ ਹੋ ਜਾਂਦਾ। ਤਾਂ ਇੱਥੇ ਕਿਆ ਬਣ ਗਿਆ, H2S। so this is one of the method for the preparation of hydrogen sulfide। ਜਾਂ ਸਿਲੇਨੀਅਮ ਜਾਂ ਟੈਰੋਲੀਨੀਅਮ ਦੇ ਜਿਹੜੇ ਹਾਈਡਰਾਈਡ ਹੈ that can be prepared by the similar way। ਠੀਕ ਹੈ, ਨੈਕਸਟ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਸਟਰਕਚਰ ਦੀ। ਗਰੁੱਪ 16 ਦੇ ਸਾਰੇ ਹਾਈਡਰਾਈਡਸ ਜਿਹੜੇ ਹੈ ਉਹ ਉਹਦੇ ਵਿੱਚ sp3 ਹਾਈਬ੍ਰਿਡਾਈਜੇਸ਼ਨ ਹੁੰਦੀ ਹੈਗੀ ਸੈਂਟਰਲ ਐਟਮ ਦੀ। ਠੀਕ ਹੈ, ਵਾਟਰ ਬਾਰੇ ਯੂ ਹੈਵ ਸੀਨ ਦ ਸਟਰਕਚਰ ਆਫ ਵਾਟਰ। ਵਟ ਇਜ਼ ਦ ਸਟਰਕਚਰ ਆਫ ਵਾਟਰ, ਬੈਂਟ ਸ਼ੇਪ ਵਿਦ 2 ਲੋਨ ਪੇਅਰਸ। ਠੀਕ ਹੈ, ਇਹ ਐਂਗਲ ਜਿਹੜਾ ਹੈ ਵਾਟਰ ਦੇ ਕੇਸ 'ਚ 104.5 ਡਿਗਰੀ ਹੈ। ਆਕਸੀਜਨ ਦੀ ਹਾਈਬ੍ਰਿਡਾਈਜੇਸ਼ਨ ਕਿਆ ਹੈ, sp3 ਹਾਈਬ੍ਰਿਡਾਈਜੇਸ਼ਨ। ਸੋ ਬਾਕੀ ਐਲੀਮੈਂਟਸ ਦੀ ਸਟਰਕਚਰ ਵੀ ਜਿਹੜੀ ਹੈ ਉਹ ਸਿਮਿਲਰ ਹੈ, ਅਤੇ ਅਸੀਂ ਜਨਰਲਾਈਜ਼ ਸਟਰਕਚਰ ਇਹਦਾ ਬਣਾ ਸਕਦੇ EHH। ਠੀਕ ਹੈ, ਵੇਅਰ E ਇਜ਼ ਗਰੁੱਪ 16 ਐਲੀਮੈਂਟ। ਗਰੁੱਪ 16 ਦਾ ਕੋਈ ਵੀ ਐਲੀਮੈਂਟ ਹੋ ਸਕਦਾ। ਹਾਲਾਂਕਿ ਬੌਂਡ ਐਂਗਲ ਜਿਹੜਾ ਹੈ ਉਹ ਡਿਫਰ ਕਰੇਗਾ, ਉਹ ਸਾਰਿਆਂ ਦੇ ਵਿੱਚ ਡਿਫਰ ਕਰੇਗਾ। ਹੁਣ ਜਦ ਅਸੀਂ ਬੌਂਡ ਐਂਗਲ ਦੀ ਗੱਲ ਕਰੀਏ ਤਾਂ ਦੇਖੋ ਜਿਹੜਾ ਵਾਟਰ ਹੈ ਉਹਦੇ ਵਿੱਚ ਮੈਂ ਤੁਹਾਨੂੰ ਬੌਂਡ ਐਂਗਲ ਕਿੰਨਾ ਦੱਸਿਆ, 104.5 ਡਿਗਰੀ। ਠੀਕ ਹੈ, H2S ਦੇ ਕੇਸ ਦੇ ਵਿੱਚ ਦ ਬੌਂਡ ਐਂਗਲ ਇਜ਼ 92.1 ਡਿਗਰੀ। H2SE ਦੇ ਕੇਸ ਦੇ ਵਿੱਚ ਦ ਬੌਂਡ ਐਂਗਲ ਇਜ਼ 91 ਡਿਗਰੀ, ਅਤੇ H2TE ਦੇ ਕੇਸ ਦੇ ਵਿੱਚ ਦ ਬੌਂਡ ਐਂਗਲ ਇਜ਼ 90 ਡਿਗਰੀ। ਯੂ ਡੋਂਟ ਨੀਡ ਟੂ ਰਿਮੈਂਬਰ ਦ ਬੌਂਡ ਐਂਗਲਸ, ਬਟ ਟ੍ਰੈਂਡ ਦੇਖੋ, ਜਿਹੜਾ ਬੌਂਡ ਐਂਗਲ ਦਾ ਟ੍ਰੈਂਡ ਹੈ ਵਾਟਰ ਦਾ ਸਭ ਤੋਂ ਜ਼ਿਆਦਾ ਹੈ ਅਤੇ H2TE ਦਾ ਸਭ ਤੋਂ ਘੱਟ ਹੈ। ਸੋ ਦਿਸ ਇਜ਼ ਦ ਆਰਡਰ ਆਫ ਬੌਂਡ ਐਂਗਲ। ਹੁਣ ਇਹ ਆਰਡਰ ਕਿਉਂ ਹੈ, ਵਾਈ ਇਟ ਇਜ਼ ਦ ਆਰਡਰ। ਠੀਕ ਹੈ, ਬੌਂਡ ਐਂਗਲ ਜਿਹੜਾ ਹੈ ਉਹ ਡਾਊਨ ਦਾ ਗਰੁੱਪ ਡਿਕਰੀਜ਼ ਕਿਉਂ ਹੋ ਰਿਹਾ। ਲੈਟਸ ਟੇਕ ਦ ਐਗਜ਼ਾਮਪਲ ਆਫ ਵਾਟਰ ਐਂਡ H2S। ਅਗਰ ਅਸੀਂ ਵਾਟਰ ਤੇ H2S ਦੀ ਸਟਰਕਚਰ ਬਣਾਈਏ ਤਾਂ ਵੀ ਨੋ ਦੈਟ ਕਿ ਉਹ ਸਿਮਿਲਰ ਹੋਏਗੀ। ਠੀਕ ਹੈ, 2 ਲੋਨ ਪੇਅਰਸ,
ਵੈਸੇ ਇੱਕ ਗੱਲ ਹੈ, ਜਿਹੜੀ ਹਾਈਬ੍ਰਿਡਾਈਜੇਸ਼ਨ ਆ ਉਹ sp3 ਹੈ। sp3 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਜਿਹੜਾ ਬੌਂਡ ਐਂਗਲ ਹੁੰਦਾ ਦੈਟ ਇਜ਼ 109.5 ਡਿਗਰੀ, ਬਟ ਵਾਟਰ ਦੇ ਕੇਸ 'ਚੋਂ 104.5 ਡਿਗਰੀ ਹੈ। ਉਹਦਾ ਰੀਜ਼ਨ ਕਿਆ ਹੈ? ਲੋਨ ਪੇਅਰ ਰਿਪਲਸ਼ਨ। ਲੋਨ ਪੇਅਰ ਰਿਪਲਸ਼ਨ ਕਰਕੇ ਜਿਹੜਾ ਬੌਂਡ ਐਂਗਲ ਹੈ ਉਹ ਟੈਟਰਾਹੈਡਰਲ ਐਂਗਲ ਨਾਲੋਂ ਘੱਟ ਹੈ। ਬਟ ਹੁਣ ਸਾਡਾ ਕੁਐਸਚਨ ਇਹ ਨਹੀਂ ਹੈ, ਸਾਡਾ ਕੁਐਸਚਨ ਇਹ ਹੈ ਕਿ ਡਾਊਨ ਦਾ ਗਰੁੱਪ ਜਿਹੜਾ ਐਂਗਲ ਹੈ ਉਹ ਘੱਟ ਕਿਉਂ ਰਿਹਾ, ਇੰਨਾ ਜ਼ਿਆਦਾ ਕਿਉਂ ਘੱਟ ਰਿਹਾ? ਲੋਨ ਪੇਅਰ ਤਾਂ 2 ਹੀ ਹੈ, ਰਿਪਲਸ਼ਨ ਤਾਂ 19 ਕੀ ਰਹਿਣੀ ਚਾਹੀਦੀ, ਫਿਰ ਐਂਗਲ ਇੰਨਾ ਜ਼ਿਆਦਾ ਡਿਕਰੀਜ਼ ਕਿਉਂ ਹੋ ਰਿਹਾ? ਉਹਦਾ ਰੀਜ਼ਨ ਕਿਆ ਹੈ? ਉਹਦਾ ਰੀਜ਼ਨ ਹੈ ਸੈਂਟਰਲ ਐਟਮ ਦੀ ਇਲੈਕਟ੍ਰੋਨੈਗੇਟਿविटी। ਦੇਖੋ ऑक्सीजन को ਇੱਥੇ 2 ਲੋਨ ਪੇਅਰ ਹੈ, ਇਹ ਕਿਆ ਕੌਜ਼ ਕਰ ਰਹੇ? ਲੋਨ ਪੇਅਰ ਰਿਪਲਸ਼ਨ, ਯੂ ਨੋ ਦੈਟ, ਠੀਕ ਹੈ। ਹਾਈਡਰੋਜਨ ਤੇ ਆਕਸੀਜਨ 'ਚੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਕੌਣ ਹੈ? ਆਕਸੀਜਨ। ਇਲੈਕਟ੍ਰੋਨੈਗੇਟਿਵ ਐਲੀਮੈਂਟ ਦਾ ਮਤਲਬ ਕਿਆ ਹੈ ਕਿ ਉਹ ਇਲੈਕਟ੍ਰੋਨਸ ਨੂੰ ਆਪਣੇ ਵੱਲ ਨੂੰ ਅਟਰੈਕਟ ਕਰੂੰਗਾ ਬੌਂਡ ਦੇ। ਹੁਣ ਜਿਹੜਾ ਇਹਦਾ ਮਤਲਬ ਹੈ OH ਬੌਂਡ ਦੇ ਇਲੈਕਟ੍ਰੋਨਸ ਹੈ ਉਹ ਜ਼ਿਆਦਾ ਨੇੜੇ ਕਿਹਦੇ ਹੈ? ਆਕਸੀਜਨ ਦੇ। ਇਸੀ ਤਰ੍ਹਾਂ ਇਹ ਵਾਲੇ ਬੌਂਡ ਦੇ ਇਲੈਕਟ੍ਰੋਨਸ ਵੀ। ਹੁਣ ਆਹ ਬੌਂਡ ਇਲੈਕਟ੍ਰੋਨਸ ਜਿਹੜੇ ਹੈ, ਬੌਂਡ ਪੇਅਰ ਹੈ ਜਿਹੜੇ, ਉਹ ਕਿਹਦੇ ਨੇੜੇ ਚਲੇ ਗਏ? ਆਕਸੀਜਨ ਦੇ। ਤੇ ਇੱਧਰੋਂ ਕਿਆ ਕੌਜ਼ ਹੋ ਰਹੀ? ਬੌਂਡ ਪੇਅਰ ਰਿਪਲਸ਼ਨ। ਹੁਣ ਦੂਜੇ ਪਾਸੇ ਤੋਂ ਕਿਆ ਕੌਜ਼ ਹੋ ਰਹੀ? ਲੋਨ ਪੇਅਰ ਰਿਪਲਸ਼ਨ। ਇੱਧਰੋਂ ਕਿਆ ਹੋ ਰਹੀ? ਬੌਂਡ ਪੇਅਰ ਰਿਪਲਸ਼ਨ। ਲੋਨ ਪੇਅਰ ਆਪਸ 'ਚ ਦੂਰ ਜਾਣਾ ਚਾਹੁੰਦੇ, ਬੌਂਡ ਪੇਅਰ ਆਪਸ 'ਚ ਦੂਰ ਜਾਣਾ ਚਾਹੁੰਦੇ। ਯੂ ਨੋ ਦੈਟ ਕਿ ਲੋਨ ਪੇਅਰ ਰਿਪਲਸ਼ਨ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਬੌਂਡ ਪੇਅਰ ਰਿਪਲਸ਼ਨ ਤੋਂ। ਇਸ ਕਰਕੇ ਐਂਗਲ 109.5 ਤੋਂ ਘੱਟਦਾ ਹੈ। ਬਟ ਬੌਂਡ ਪੇਅਰ ਰਿਪਲਸ਼ਨ ਵੀ ਤਾਂ ਇੱਥੇ ਹੈਗੀ ਹੈ, ਉਹ ਰਿਪਲਸ਼ਨ ਇਸ ਐਂਗਲ ਨੂੰ ਜ਼ਿਆਦਾ ਨਹੀਂ ਵਧਣ ਦਿੰਦੀ, ਠੀਕ ਹੈ। ਜਦੋਂ ਇਹ ਜ਼ਿਆਦਾ ਦੂਰ ਨਹੀਂ ਜਾਊਂਗੇ ਤਾਂ ਇਹ ਐਂਗਲ ਜ਼ਿਆਦਾ ਨਹੀਂ ਘਟੇਗਾ। ਤਾਂ ਹੁਣ ਐਂਗਲ ਘਟਦਾ ਹੈ, ਕਿਉਂ ਘਟਦਾ? ਕਿਉਂਕਿ ਲੋਨ ਪੇਅਰ ਰਿਪਲਸ਼ਨ ਜ਼ਿਆਦਾ ਸਟਰੋਂਗ ਹੁੰਦੀ, ਬਟ ਉਨਾ ਨਹੀਂ ਘਟਦਾ। ਕਿਉਂ? ਕਿਉਂਕਿ ਇੱਧਰੋਂ ਕਿਆ ਕੌਜ਼ ਹੋ ਰਹੀ? ਬੌਂਡ ਪੇਅਰ ਰਿਪਲਸ਼ਨ। ਬਟ ਜਿੱਦਾਂ ਅਸੀਂ ਡਾਊਨ ਦਾ ਗਰੁੱਪ ਜਾਂਦੇ, ਇਲੈਕਟ੍ਰੋਨੈਗੇਟਿਵਿਟੀ ਸੈਂਟਰਲ ਐਟਮ ਦੀ ਘਟਦੀ ਜਾਂਦੀ। ਹੁਣ ਜਿਹੜੇ ਇਸ ਬੌਂਡ ਦੇ ਇਲੈਕਟ੍ਰੋਨ ਹੈ ਉਹ ਸਲਫਰ ਤੋਂ ਦੂਰ ਹੋ ਗਏ। ਇੱਧਰੋਂ ਕਿਆ ਹੋ ਰਹੀ? ਲੋਨ ਪੇਅਰ ਰਿਪਲਸ਼ਨ। ਇੱਧਰੋਂ ਕਿਆ ਹੋ ਰਹੀ? ਬੌਂਡ ਪੇਅਰ ਰਿਪਲਸ਼ਨ। ਹੁਣ ਤੁਹਾਡੀ ਬੌਂਡ ਪੇਅਰ ਰਿਪਲਸ਼ਨ ਇੰਨੀ ਸਟਰੋਂਗ ਨਹੀਂ ਹੈ। ਸਟਰੋਂਗ ਕਿਆ ਹੈ? ਲੋਨ ਪੇਅਰ ਰਿਪਲਸ਼ਨ। ਜਦੋਂ ਇਹ ਵਾਲੀ ਬੌਂਡ ਜ਼ਿਆਦਾ ਸਟਰੋਂਗ ਹੈ ਤਾਂ ਆਪਣਾ ਇਫੈਕਟ ਦਿਖਾਏਗਾ, ਇਹ ਐਂਗਲ ਵਧੇਗਾ ਤਾਂ ਉਹਦੇ ਕਰਕੇ ਇਹ ਐਂਗਲ ਘਟ ਜਾਏਗਾ। ਤਾਂ ਇੱਥੇ ਐਂਗਲ ਜਿਹੜਾ 92.1 ਡਿਗਰੀ ਦਾ ਹੋ ਜਾਂਦਾ। ਅਗਰ ਅਸੀਂ ਸਿਲੇਨੀਅਮ ਦੀ ਕੇਸ ਦੀ ਗੱਲ ਕਰੀਏ ਤਾਂ ਸਿਲੇਨੀਅਮ ਦੀ ਇਲੈਕਟ੍ਰੋਨੈਗੇਟਿਵਿਟੀ ਤਾਂ ਹੋਰ ਜ਼ਿਆਦਾ ਘੱਟ ਹੈ, ਉਹਦੇ ਨਾਲ ਆ ਇਲੈਕਟ੍ਰੋਨ ਹੋਰ ਦੂਰ ਚਲੇ ਗਏ। ਬੌਂਡ ਪੇਅਰ ਰਿਪਲਸ਼ਨ ਬਹੁਤ ਘਟ ਗਈ। ਜ਼ਿਆਦਾ ਕਿਹਨੇ ਐਕਟ ਕਰਨਾ? ਲੋਨ ਪੇਅਰ ਰਿਪਲਸ਼ਨ ਨੇ, ਉਹਨੇ ਐਂਗਲ ਹੋਰ ਘਟਾ ਦੇਣਾ। ਤੇ ਸੇਮ ਇਜ਼ ਦਾ ਕੇਸ ਆਫ ਟੈਰੂਰੀਅਮ ਹਾਈਡਰਾਈਡ, ਠੀਕ ਹੈ। ਸੋ ਬੌਂਡ ਐਂਗਲ ਡਾਊਨ ਦਾ ਗਰੁੱਪ ਘਟਦਾ ਜਾਂਦਾ। ਕਿਉਂ? ਕਿਉਂਕਿ ਜਿਹੜਾ ਇਲੈਕਟ੍ਰੋਨੈਗੇਟਿਵਿਟੀ ਹੈ ਸੈਂਟਰਲ ਐਟਮ ਦੀ ਉਹ ਡਿਕਰੀਜ਼ ਹੁੰਦੀ ਜਾਂਦੀ, ਉਹਦੇ ਨਾਲ ਬੌਂਡ ਪੇਅਰ ਰਿਪਲਸ਼ਨ ਵੀ ਘਟਦੀ ਜਾਂਦੀ। ਤੇ ਇਸ ਕਰਕੇ ਲੋਨ ਪੇਅਰ ਰਿਪਲਸ਼ਨ ਦਾ ਇਫੈਕਟ ਵੱਧਦਾ ਜਾਂਦਾ ਤੇ ਉਹ ਬੌਂਡ ਐਂਗਲ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਡਿਕਰੀਜ਼ ਕਰਦਾ। So hope you are clear with the structure and order of bond angle of hydrides. Let's start the properties, study the properties of hydrides. Hydrides ਦੀ ਕੁਝ properties ਬਾਰੇ ਗੱਲ ਕਰਦੇ ਹਾਂ ਤੇ ਇਹ ਕਾਫੀ important ਹੈ ਸਾਰੀਆਂ properties of hydride. The first is physical state, ठीक है। पहली प्रॉपर्टी है फिजिकल स्टेट। वाटर ਜਿਹੜਾ ਹੈ that is liquid, बाकी एलिमेंट्स ਜਿਹੜੇ ਹੈ ਉਹ गैस है, ठीक है। एलिमेंट नहीं सॉरी कंपाउंड्स या हाइड्राइड्स। वाटर इज liquid while H2S, H2SE, H2TE they are gases। ਹੁਣ ਇਹਦਾ ਰੀਜ਼ਨ ਕਿਆ ਹੈ ਉਹ ਤੁਸੀਂ 11th ਕਲਾਸ ਦੇ ਵਿੱਚ ਪੜ੍ਹਿਆ ਹੈ। ਵਾਟਰ ਹੈਜ਼ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ। ਵਾਟਰ ਦੇ ਵਿੱਚ ਕਿਆ ਹੁੰਦੀ ਹੈਗੀ? ਹਾਈਡਰੋਜਨ ਬੌਂਡਿੰਗ ਹੁੰਦੀ, ਉਹਦੇ ਕਰਕੇ ਉਹਦੇ ਮੋਲੀਕਿਊਲਸ ਜਿਹੜੇ ਆ ਇੱਕ ਦੂਜੇ ਦੇ ਨੇੜੇ ਹੁੰਦੇ ਤੇ ਕਿਹੜੀ ਸਟੇਟ 'ਚ ਆਉਂਦੇ? ਐਗਜ਼ਿਸਟ ਐਸ ਲਿਕੁਇਡ। ਜਦ ਕਿ ਬਾਕੀਆਂ 'ਚ ਹਾਈਡਰੋਜਨ ਬੌਂਡਿੰਗ ਨਹੀਂ ਹੈ ਤਾਂ ਇਸ ਕਰਕੇ ਉਹ ਕਿਹੜੀ ਸਟੇਟ ਦੇ ਵਿੱਚ ਆ ਰਹੇ? ਗੈਸੀਅਸ ਸਟੇਟ ਦੇ ਵਿੱਚ। ਸੋ ਦਿਸ ਇਜ਼ ਦ ਫਸਟ ਪ੍ਰੋਪਰਟੀ ਆਫ ਹਾਈਡਰਾਈਡਸ। ਇੱਥੋਂ ਇੱਕ ਕੁਐਸਚਨ ਆ ਜਾਂਦਾ, ਇਹ ਤੁਸੀਂ 11th ਕਲਾਸ 'ਚ ਕੀਤਾ ਵਾ। ਵਾਟਰ ਇਜ਼ ਲਿਕੁਇਡ ਵਾਈਲ H2S इज गैस, ठीक है। याद आया कुछ? तो वाटर लिक्विड है क्यों? क्योंकि ਇਹਦੇ ਵਿੱਚ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ।
ਜਿਹੜੀ H2S है वो गैस है, क्यों? क्योंकि ਉਹਦੇ ਵਿੱਚ हाइड्रोजन बॉन्डिंग प्रेजेंट नहीं ਹੁੰਦੀ। नैक्सट प्रॉपर्टी इज वॉलेटिलिटी। वॉलेटिलिटी क्या होंगी? 11th क्लास तुसी पढ़ी भी है। टेंडेंसी टू फॉर्म वेपर्स, वेपर बनाने की टेंडेंसी नूं जिहड़ी है वो असीं क्या कहते हैं? वॉलेटिलिटी। टेंडेंसी टू फॉर्म वेपर्स, ठीक है, क्लीयर। सो वॉलेटिलिटी का मीनिंग क्लीयर है, टेंडेंसी टू फॉर्म वेपर्स। हुण देखो जिहड़े साडे कोहाइड्रेट्स है वो किहड़े-किहड़े है? वाटर है, H2S, H2SE, H2TE। वेपर बनाने की टेंडेंसी उहदी सब तो ज़्यादा होएगी जिहदे बॉइलिंग पॉइंट सब तो घट होएगा, है ना। बॉइलिंग पॉइंट क्या होंदा? द टैंपरेचर एट विच लिक्विड चेंजिस टू वेपर्स, वेपर्स बन जाए, ठीक है। हुण अगर बॉइलिंग पॉइंट घट है इट मीनस जल्दी जल्दी वेपर बनूंगे तो वॉलेटिलिटी ज़्यादा है। अगर बॉइलिंग पॉइंट ज़्यादा है मीनस हौली हौली वेपर्स बनने तो वॉलेटिलिटी घट है। इट मीनस वॉलेटिलिटी जिहड़ी है दैट इज इनवर्सली प्रोपोर्शनल टू बॉइलिंग पॉइंट। जिन्ना बॉइलिंग पॉइंट ज़्यादा वॉलेटिलिटी उन्नी ही घट। उस तो इलावा जिहड़ी वॉलेटिलिटी है वो कादे इंटरमोलिकुलर फोर्सिस पर डिपेंड करेगी। देखो इंटरमोलिकुलर फोर्सिस जिन्ने ज़्यादा होंगे उन्ना ही पार्टिकल्स नूं एक दूजे तो दूर होने वास्ते ज़्यादा टाइम लगेगा, तो वॉलेटिलिटी क्या होनी हैगी? घट होनी हैगी। जिन्ने इंटरमोलिकुलर फोर्सिस वीक हो जाने उन्होंने ईजिली एक दूजे तो दूर हो जाना, वेपर्स बन जाने, तो वॉलेटिलिटी ज़्यादा होगी, ठीक है। हुण अगर असी वॉलेटिलिटी की गल करिए तो इट मीनस असी वॉलेटिलिटी का ट्रेंड जिहड़ा है वो बॉइलिंग पॉइंट दे देख सकते। अगर असी एक ग्राफ प्लॉट करिए बिटवीन मॉलिक्यूलर मास ते बॉइलिंग पॉइंट दे विच तो असी देखते हैं कि वाटर जिहड़ा है उस सीरीज़ से सब तो उपर हुंदा, इदां दी शेप बनदी। यह वाटर वास्ते है, वाटर का बॉइलिंग पॉइंट 373 कैलविन हुंदा। दिस इज़ फॉर H2S, H2SE एंड दिस वन फॉर H2TE। हुण तुसीं इहदे विच देख सकदे कि वाटर का बॉइलिंग पॉइंट एक्सैप्शनली ज़्यादा है, बाकी है फिर H2S है। H2S तो बाद बॉइलिंग पॉइंट क्या होंदा? इंक्रीज़ होंदा है। हुण इस स्टैंड का रीजन क्या है? वाटर का एक्सैप्शनल बॉइलिंग पॉइंट इज़ ड्यू टू इट्स इंटरमोलिकुलर हाइड्रोजन बॉन्डिंग। वाटर के केस दे विच क्या होंदी हैगी? इंटरमोलिकुलर हाइड्रोजन बॉन्डिंग है, इस करके उहदा बॉइलिंग पॉइंट अब नॉर्मली अपने बाकी ग्रुप मैंबर्स नालों ज़्यादा है। उस तो इलावा H2S तो H2TE बॉइलिंग पॉइंट इंक्रीज़ हो रहा, क्यों? क्योंकि डाउन द ग्रुप सेंट्रल एटम का साइज़ क्या हो जा रहा है? इंक्रीज़ हो रहा, तो मैग्नीट्यूड ऑफ वंडरवाल फोर्सेस भी इंक्रीज़ होंगी, तो उहदे नाल बॉइलिंग पॉइंट भी क्या होएगा? इंक्रीज़ होएगा। तो इसका मतलब है कि ऑर्डर ऑफ बॉइलिंग पॉइंट क्या बनया? सब तो ज़्यादा बॉइलिंग पॉइंट किहदा होया? वाटर का, है ना, सब तो उपर। फिर उस तो नीचे कौन आया? H2TE। उस तो नीचे H2SE, तो सब तो नीचे कौन आ गया? सब तो नीचे ग्राफ इधर ही बन रहा H2S। सो दिस इज द ऑर्डर ऑफ बॉइलिंग पॉइंट। तो ऑर्डर ऑफ वॉलेटिलिटी क्या होएगा? वॉलेटिलिटी जिहड़ी है वो बॉइलिंग पॉइंट दे इनवर्स है, तो ऑर्डर उल्टा हो जाएगा। तो ऑर्डर क्या होएगा? H2S, H2SE, H2TE एंड लास्ट कौन आएगा साडा? वाटर। वाटर दे केस असीं इत्थे लिख सकते कि वाटर हैज़ abnormally high boiling point and low volatility due to the क्यों होंगी? presence of intermolecular हाइड्रोजन बॉन्डिंग करके है, ठीक है। सो क्लीयर है वॉलेटिलिटी का ट्रेंड जिहड़ा है। वॉलेटिलिटी सब तो ज़्यादा H2S की होएगी तो सब तो घट की होएगी H2O की। नैक्सट प्रॉपर्टी इज एसिडिक करैक्टर। एसिडिक करैक्टर मीनस टेंडेंसी टू गिव एसिड क्या होंगे जिहड़े क्या देंगे? H पॉजिटिव आयंस। सो ये प्रॉपर्टी असी डिस्कस करते हैं। एसिडिक प्रॉपर्टी जिहड़े हाइड्राइड्स है ग्रुप 16 दे ये वीक डाईप्रोटिक एसिड होंगे,
डाईप्रोटिक मीनस 2 H पॉजिटिव दे सकते, ठीक है। ग्रुप 16 ਦੇ ਹਾਈਡਰਾਈਡਸ ਦਾ ਜਿਹੜਾ ਐਸਿਡਿਕ ਕਰੈਕਟਰ ਦਾ ਆਰਡਰ ਹੈ ਉਹ ਹੈ ਵਾਟਰ ਸਭ ਤੋਂ ਘੱਟ ਐਸਿਡਿਕ ਹੈ H2S H2SE ਤੇ H2T। ਤੁਸੀਂ ਗੱਲ ਨੋਟ ਕੀਤੀ ਹੋਣੀ ਅਸੀਂ ਪੋਲੋਨੀਅਮ ਦੇ ਹਾਈਡਰਾਈਡਸ ਬਾਰੇ ਡਿਸਕਸ ਹੀ ਨਹੀਂ ਕਰ ਰਹੇ। ਐਜ਼ ਆਈ ਹੈਵ ਆਲਰੇਡੀ ਟੋਲਡ ਯੂ ਪੋਲੋਨੀਅਮ ਜਿਹੜਾ ਹੈ ਉਹ ਰੇਡੀਓ ਐਕਟਿਵ ਹੁੰਦਾ ਤਾਂ ਇਸ ਕਰਕੇ ਅਸੀਂ ਉਹਦੇ ਕੰਪਾਊਂਡਸ ਦੀ ਡਿਸਕਸ਼ਨ ਨਹੀਂ ਕਰਦੇ। ਲੈਟਸ ਕਮ ਬੈਕ ਟੂ ਦ ਐਸਿਡਿਕ ਕਰੈਕਟਰ। ਐਸਿਡਿਕ ਕਰੈਕਟਰ ਜਿਹੜਾ ਹੈ ਉਹ ਡਾਊਨ ਦਾ ਗਰੁੱਪ ਇਨਕਰੀਜ਼ ਹੋ ਰਿਹਾ। ਉਹਦਾ ਰੀਜ਼ਨ ਕਿਆ ਹੈ? ਉਹਦਾ ਰੀਜ਼ਨ ਇਹ ਹੈ ਕਿ ਡਾਊਨ ਦਾ ਗਰੁੱਪ ਜਿਹੜਾ ਸੈਂਟਰਲ ਐਟਮ ਹੈ ਉਹਦਾ ਸਾਈਜ਼ ਕਿਆ ਹੋ ਰਿਹਾ? ਇਨਕਰੀਜ਼ ਹੋ ਰਿਹਾ। ਅਗਰ ਉਹਦਾ ਸਾਈਜ਼ ਇਨਕਰੀਜ਼ ਹੋਏਗਾ ਤਾਂ ਉਹਦਾ ਹਾਈਡਰੋਜਨ ਨਾਲ ਬੌਂਡ ਕਿਆ ਹੋਏਗਾ? ਵੀਕ ਹੋਏਗਾ, ਕਿਉਂਕਿ ਹਾਈਡਰੋਜਨ ਦਾ ਐਟਮ ਦਾ ਸਾਈਜ਼ ਛੋਟਾ ਹੈ। ਦੂਜੇ ਐਟਮ ਦਾ ਸਾਈਜ਼ ਜਿੱਦਾਂ ਜਿੱਦਾਂ ਇਨਕਰੀਜ਼ ਹੋਏਗਾ ਤਾਂ ਸਾਈਜ਼ ਡਿਫਰੈਂਸ ਇਨਕਰੀਜ਼ ਹੋਈ ਜਾਣਾ। ਸਾਈਜ਼ ਡਿਫਰੈਂਸ ਵਧਣ ਕਰਕੇ ਬੌਂਡ ਡਿਸੋਸੀਏਸ਼ਨ ਐਂਥੈਲਪੀ ਜਿਹੜੀ ਆ ਉਹ ਘਟਦੀ ਜਾਂਦੀ, ਮੀਨਸ ਬੌਂਡ ਈਜ਼ੀਲੀ ਬ੍ਰੇਕ ਹੋ ਸਕਦਾ। ਤੇ ਜਿਹੜੀ ਕਲੀਵੇਜ ਹੈ EH ਬੌਂਡ ਦੀ, E ਇੱਥੇ ਕਿਆ ਹੈ? ਗਰੁੱਪ 16 ਐਲੀਮੈਂਟ ਹੈ। ਇਹ ਬੌਂਡ ਦੀ ਕਲੀਵੇਜ ਡਾਊਨ ਦਾ ਗਰੁੱਪ ਕਿਆ ਹੁੰਦੀ ਜਾਂਦੀ? ਆਸਾਨ ਹੁੰਦੀ ਜਾਂਦੀ। ਤਾਂ ਇਟ ਮੀਨਸ ਈਜ਼ੀ ਹੋਈ ਜਾਂਦਾ ਹਾਈਡਰੋਜਨ ਨੂੰ ਐਜ਼ H ਪੋਜ਼ਿਟਿਵ ਰਿਲੀਜ਼ ਕਰਨਾ, ਤਾਂ ਐਸਿਡਿਕ ਸਟਰੈਂਥ ਵੀ ਕਿਆ ਹੋ ਜਾਏਗੀ? ਇਨਕਰੀਜ਼ ਹੋਏਗੀ। ਤਾਂ ਇੱਥੇ ਵਾਟਰ ਜਿਹੜਾ ਹੈ ਉਹ ਵੀਕੈਸਟ ਐਸਿਡ ਹੈ, ਇਹ ਸਟਰੋਂਗ ਐਸਿਡ ਹੈ, ਠੀਕ ਹੈ। ਸੋ आई एम अगेन रिपीटिंग डाउन द ग्रुप ਜਿਹੜਾ ਐਸਿਡਿਕ ਕਰੈਕਟਰ ਹੈ ਉਹ ਕਿਆ ਹੋ ਰਿਹਾ? ਡਿਕਰੀਜ਼ ਹੋ ਰਿਹਾ, ਕਿਉਂਕਿ ਸੈਂਟਰਲ ਐਟਮ ਇਨਕਰੀਜ਼ ਹੋ ਰਿਹਾ ਕਿਉਂਕਿ ਸੈਂਟਰਲ ਐਟਮ ਦਾ ਸਾਈਜ਼ ਜਿਹੜਾ ਹੈ ਉਹ ਡਾਊਨ ਦਾ ਗਰੁੱਪ ਕਿਆ ਹੁੰਦਾ? ਇਨਕਰੀਜ਼ ਹੁੰਦਾ। ਤਾਂ ਉਹਦਾ ਹਾਈਡਰੋਜਨ ਨਾਲ ਬੌਂਡ ਜਿਹੜਾ ਹੈ ਉਹ ਵੀਕ ਹੁੰਦਾ ਜਾਏਗਾ ਤੇ ਉਹ ਈਜ਼ੀਲੀ ਕਿਆ ਦੇ ਸਕਦਾ ਸਾਨੂੰ? H ਪੋਜ਼ਿਟਿਵ ਆਇਨਸ। ਕਲੀਅਰ? ਨੈਕਸਟ fourth property is thermal stability. What do you understand by thermal stability? Thermal stability ਦਾ ਮਤਲਬ ਹੈ ਕਿ ਹੀਟ ਨੂੰ ਕਿੰਨੀ ਦੇਰ ਤੱਕ ਬਿਨਾ ਬੌਂਡ ਤੋੜੇ ਬਰਦਾਸ਼ਤ ਕਰ ਸਕੇ। ਥਰਮਲ ਸਟੇਬਿਲਿਟੀ ਕਿ ਉਹ ਹੀਟ ਦੇ ਟੂਵਰਡਸ ਕਿੰਨਾ ਜ਼ਿਆਦਾ ਸਟੇਬਲ ਹੈ। ਹੁਣ ਜਿਹੜਾ ਥਰਮਲ ਸਟੇਬਿਲਿਟੀ ਦਾ ਆਰਡਰ ਹੈ, ਆਰਡਰ ਆਫ ਥਰਮਲ ਸਟੇਬਿਲਿਟੀ ਤੁਸੀਂ ਸੋਚ ਸਕਦੇ ਆਪ ਕਿੱਦਾਂ ਦੀ ਹੋਏਗੀ। ਥਰਮਲ ਸਟੇਬਿਲਿਟੀ ਵਾਟਰ ਦੀ ਸਭ ਤੋਂ ਜ਼ਿਆਦਾ ਹੋਏਗੀ। ਆਰਡਰ ਆਫ ਥਰਮਲ ਸਟੇਬਿਲਿਟੀ, ठीक है। वाटर सब तो ज़्यादा H2S, then is H2SE and then is H2TE. You can easily tell the reason about it. स्टेबिलिटी ਦੀ ਗੱਲ ਕਰ ਰਹੇ, यानी कि बॉन्ड ईजिली ब्रेक नहीं होना चाहिए। डाउन द ग्रुप सेंट्रल एटम का साइज क्या हो रहा? इनक्रीज हो रहा। सेंट्रल एटम का साइज इनक्रीज होएगा तो हाइड्रोजन का बॉन्ड क्या हो रहा? वीक हो रहा। सो इट मीनस H2TE च बॉन्ड सब तो ईजिली वीक होएगा, तो सब तो ईजिली ब्रेक होएगा। तो वाटर के केस ਦੇ ਵਿੱਚ बॉन्ड सब तो ਔਖਾ ਬ੍ਰੇਕ ਹੋਏਗਾ, ਸਭ ਤੋਂ ਸਟਰੋਂਗ ਹੋਏਗਾ। ਤਾਂ ਇਹਦਾ ਮਤਲਬ ਹੈ ਜਿਹਦੇ ਵਿੱਚ ਬੌਂਡ ਸਟਰੋਂਗ ਹੈ ਉਹਦੀ ਸਟੇਬਿਲਿਟੀ ਵੀ ਸਭ ਤੋਂ ਜ਼ਿਆਦਾ ਹੈ। ਤੇ ਇਹਦੀ ਸਟੇਬਿਲਿਟੀ ਸਭ ਤੋਂ ਜ਼ਿਆਦਾ ਕਿਉਂਕਿ ਬੌਂਡ EH ਬੌਂਡ ਜਿਹੜਾ ਹੈ ਉਹ ਸਟਰੋਂਗ ਹੈ ਇਨ ਕੇਸ ਆਫ ਵਾਟਰ ਡਿਊ ਟੂ ਕਿਉਂ ਸਟਰੋਂਗ ਹੈ? ਕਿਉਂਕਿ ਵਾਟਰ ਦੇ ਕੇਸ ਦੇ ਵਿੱਚ ਆਕਸੀਜਨ ਤੇ ਹਾਈਡਰੋਜਨ 'ਚ ਜਿਹੜਾ ਸਾਈਜ਼ ਡਿਫਰੈਂਸ ਹੈ ਉਹ ਬਾਕੀਆਂ ਦੇ ਕੰਪੈरेटिवली ਘੱਟ ਹੈ, ਲੈਸ ਸਾਈਜ਼ ਡਿਫਰੈਂਸ। clear? So this is the order of thermal stability. Next property is reducing character. reducing character ਦਾ ਮਤਲਬ क्या है? they act as reducing agent। ਤੇ reducing agent ਕਿਹੜੇ ਹੁੰਦੇ? ਜਿਹੜੇ ਕਿਆ ਦੇ ਸਕੇ? ਹਾਈਡਰੋਜਨ ਦੇ ਸਕੇ, ਠੀਕ ਹੈ। ਸੋ ਇਟ ਮੀਨਸ ਜਿਹੜੇ ਰਿਡਿਊਸਿੰਗ ਕਰੈਕਟਰ ਦਾ ਮਤਲਬ ਹੈ ਟੈਂਡੈਂਸੀ ਟੂ ਗਿਵ ਹਾਈਡਰੋਜਨ, ਨਾਟ H ਪੋਜ਼ਿਟਿਵ। H ਪੋਜ਼ਿਟਿਵ ਦੇਣ ਦਾ ਮਤਲਬ ਹੁੰਦਾ ਐਸਿਡਿਕ ਕਰੈਕਟਰ। ਇੱਥੇ ਕਿਆ ਦੇਣਾ ਹੈਗਾ? H ਦੇਣਾ ਹੈਗਾ। ਹੁਣ ਇਹਦਾ ਆਰਡਰ ਤੁਸੀਂ ਆਰਾਮ ਨਾਲ ਲਿਖ ਸਕਦੇ, ਜਿੰਨੀ ਜਲਦੀ ਬੌਂਡ ਟੁੱਟੇਗਾ ਉਨਾ ਹਾਈਡਰੋਜਨ ਈਜ਼ੀਲੀ ਦੇਗਾ, ਉਨਾ ਰਿਡਿਊਸਿੰਗ ਕਰੈਕਟਰ ज़्यादा होना है, ठीक है। तो ऑर्डर ऑफ रिड्यूसिंग करैक्टर क्या हो जाएगा? इच कोई रट्टा नहीं है, कॉन्सैप्ट बेस्ड है, इको कॉन्सैप्ट चल रहा है। ऑर्डर ऑफ रिड्यूसिंग क्या हो गया? वाटर सब तो घट रिड्यूसिंग होएगा, क्यों? क्योंकि वाटर ने हाइड्रोजन ईजिली देनी ही नहीं है। फिर H2S, H2SE, H2TE, ये सब तो स्ट्रॉन्ग रिड्यूसिंग होएगा। स्ट्रॉन्ग रिड्यूसिंग एजेंट का मतलब है कि यह सब तो जल्दी हाइड्रोजन देगा। क्यों जल्दी देगा?
क्योंकि ਇਹਦਾ बॉन्ड हाइड्रोजन ਨਾਲ सब तो वीक है, जिन्ना बॉन्ड वीक होएगा ईजिली ब्रेक हो जाना, तो वो ईजिली क्या दे सकता सानू, हाइड्रोजन दे सकता। सो एक बार फिर देख लो, H2O, H2S, H2SE, H2TE। रिड्यूसिंग करैक्टर की गल करिए तो डाउन द ग्रुप रिड्यूसिंग करैक्टर क्या हो रहा, इनक्रीज हो रहा, क्योंकि डाउन द ग्रुप एच देने की टेंडेंसी जी है वो वधेगी। ठीक है। थर्मल स्टेबिलिटी डाउन द ग्रुप डिक्रीज हो रही, क्योंकि बॉन्ड वीक होंदा जांदा ईजीली ब्रेक हो जाएगा। एस्टिक करैक्टर डाउन द ग्रुप इनक्रीज हो रहा, क्योंकि बॉन्ड वीक है तो ईजिली एच पॉजिटिव भी जो थानू क्या दे देगा। सो दिस इज़ ऑल अबाउट द हाइड्राइड्स ऑफ ग्रुप 16 एलीमेंट। यह वाला टॉपिक काफ़ी इंपॉर्टेंट है, ये जोड़े ऑर्डरस वगैरह आ जाते, उस तो इलावा ये क्वेश्चन जोड़े आते हैं वो असी देख लेंगे। नैक्सट देखो, राइट द ऑर्डर ऑफ थर्मल स्टेबिलिटी ऑफ हाइड्राइड्स ऑफ ग्रुप 16 एलीमेंट। थर्मल स्टेबिलिटी का मतलब क्या है कि बॉन्ड स्ट्रोंग होवे, वो ईजिली ब्रेक ना होवे। सब तो स्ट्रोंग बॉन्ड किहदा होएगा, वाटर का, क्योंकि वाटर दे विच हाइड्रोजन ते ऑक्सीजन का जिहड़ा साइज डिफरेंस है वो सब तो घट है, तो वाटर का बॉन्ड सब तो ज़्यादा स्ट्रोंग, तो उसकी थर्मल स्टेबिलिटी सब तो ज़्यादा। टैरोलियम जिहड़ा है या पोलोनियम जिहड़ा उन्हां दा बॉन्ड सब तो ज़्यादा वीक है, तो उन्हां दी स्टेबिलिटी सब तो घट है। नैक्सट, वाई इज़ H2O लिक्विड एंड H2S इज़ गैस। ये भी क्वेश्चन असी डिस्कस कर चुके। वाटर दे विच क्या होंदी है, इंटरमोलिकुलर हाइड्रोजन बॉन्डिंग, हाइड्रोजन बॉन्डिंग करके जिहड़े मॉलिक्यूल्स है एक दूजे के नेड़े आ जाते, तो किहड़ी स्टेट च आ जाते, लिक्विड स्टेट दे विच आ जाते। जबकि H2S के केस दे विच कोई हाइड्रोजन बॉन्डिंग प्रेजेंट नहीं है, तां करके उहदे विच वो वीक वंडरवाल फोर्सिस है, तो वो किहड़ी स्टेट दे विच है, गैसियस स्टेट दे विच। See this question, why H2S is acidic while H2O is neutral? क्योंकि SH बॉन्ड जिहड़ा है वो HO दे कंपैरेटिवली वीक होएगा। SH बॉन्ड जिहड़ा है तो ईजीली क्या दे सकता है, H पॉजिटिव दे सकता है। ये असीं हुणे डिस्कस किया कि डाउन द ग्रुप जिहड़ा साइज है वो इनक्रीज होंदा जांदा। ऑक्सीजन ते सल्फर चों सल्फर का साइज बड़ा है, तो वह हाइड्रोजन का बॉन्ड जिहड़ा है वो वीक होएगा, तो वो ईजीली ब्रेक हो सकता, तो थानू ईजीली क्या दे देगा, H पॉजिटिव आइंस दे देगा सोल्यूशन, तो स्ट्रोंगर एसिड हो जाता। अगला क्वेश्चन देखो, SF6 इज़ नोन बट SH6 इज़ नॉट नोन। ठीक है, एक क्वेश्चन च देखा जाए तो सल्फर की ऑक्सीडेशन स्टेट +6 है, तो सल्फर +6 ऑक्सीडेशन स्टेट शो करता है, बट द थिंग इज़ कि फ्लोरीन ना बॉन्ड बना रहा, हाइड्रोजन ना नहीं बॉन्ड बना रहा। उसका रीजन क्या है, उसका रीजन ये है कि फ्लोरीन जिहड़ा है वो स्ट्रोंगेस्ट ऑक्सीडाइजिंग एजेंट होंदा है। तो जिहड़े स्ट्रोंग ऑक्सीडाइजिंग एजेंट है उही एलीमेंट्स के इलैक्ट्रॉन्स नू एक्साइटिड स्टेट दे विच क्या कर सकते, लैके जा सकते। हुण सल्फर ने अगर +6 ऑक्सीडेशन स्टेट च जाना तो उन्होंने 2 इलैक्ट्रॉन्स एक्साइट कराने पैने, वो एक्साइटेशन फ्लोरीन करवा सकता। हाइड्रोजन एक वीक ऑक्सीडाइजिंग एजेंट है, वीक ऑक्सीडाइजिंग एजेंट हायर ऑक्सीडेशन स्टेट दे विच ईजीली बॉन्ड नहीं बनाते। ठीक है, फ्लोरीन ऑक्सीजन ये 2 एलीमेंट है जिहड़े ज़्यादातर हाई ऑक्सीडेशन स्टेट दे विच कंपाउंड्स बनाते हैं। क्लियर। नैक्सट देखो, वाई द कंपाउंड्स ऑफ फ्लोरीन विद ऑक्सीजन आर कॉल्ड फ्लोराइड्स ऑफ ऑक्सीजन एंड नॉट ऑक्साइड्स ऑफ फ्लोराइड्स, और OF2 शुड बी कॉल्ड ऑक्सीजन डाईफ्लोराइड एंड नॉट फ्लोरीन ऑक्साइड, क्योंकि जिहड़ा नाम है वो मोर इलैक्ट्रोनैगेटिव एलीमेंट ना खत्म होंदा है। ऑक्सीजन तो फ्लोरीन चो ज़्यादा इलैक्ट्रोनैगेटिव एलीमेंट कौन है, फ्लोरीन है, तो नाम जिहड़ा है वो ज़्यादा इलैक्ट्रोनैगेटिव एलीमेंट है, तो उहदे नाम नाल खत्म होएगा कंपाउंड का नाम, तां करके उसी ऑक्सीजन डाईफ्लोराइड बोलते, ना कि फ्लोरीन ऑक्साइड। अगला, अमंग द हाइड्राइड्स ऑफ ग्रुप 16 वाटर शो अनयूजुअल फिजिकल प्रॉपर्टीज़। ये असीं डिस्कस कर चुके। वाटर जिहड़ा है उहदे विच ऑक्सीजन प्रेजेंट है, ऑक्सीजन हाई इलैक्ट्रोनैगेटिव एलीमेंट होने करके हाइड्रोजन बॉन्डिंग बना रहा, उस हाइड्रोजन बॉन्डिंग करके वाटर की प्रॉपर्टीज़ बाकी ग्रुप मैंबरस नालों क्या हो जांदियां, डिफरेंट हो जांदियां। जिद्दां कि असीं डिस्कस किया है कि उसका बॉइलिंग पॉइंट एक्सैप्शनली ज़्यादा है, वॉलेटिलिटी घट है। ठीक है,